ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BC ਪਰਿਵਾਰ ਚਾਈਲਡ ਕੇਅਰ ਫੀਸਾਂ ਦੇ ਵਿੱਚ ਦੇਖ ਸਕਦੇ ਨੇ ਕਟੌਤੀ $550 ਮਹੀਨੇ ਦੇ ਨਾਲ ਸੈਂਕੜੇ ਡਾਲਰ ਬਚਾ ਸਕਣਗੇ ਪਰਿਵਾਰ। BC ਮਾਹਰਾਂ ਨੇ ਸਿਹਤ ਪ੍ਰਣਾਲੀ ਦੇ ਵਿੱਚ ਸਟ੍ਰੈਸ ਨੂੰ ਦੂਰ ਕਰਨ ਦੀ ਕੀਤੀ ਅਪੀਲ। ਸਿਹਤ ਮਹਿਕਮੇ ਦੇ ਬੈਕਲੌਗ ਨੂੰ ਭਰਨ ਦੀ ਮੰਗ। ਰਾਸ਼ਟਰੀ ਅਪਰਾਧ ਬੰਦੂਕ ਟ੍ਰੇਸਿੰਗ ਦੀ ਕਮੀ ਤੇ ਰੋਕ। ਅਪਰਾਧ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਬੰਦੂਕਾਂ ਦੇ ਉੱਤੇ ਰੋਕ ਲਈ ਨਵੀਂ ਨੀਤੀ ਪੇਸ਼। ਜਿਹਦੇ ਖਬਰਾਂ ਵਿਸਥਾਰ ਦੇ ਨਾਲ। BC ਸੂਬਾ ਸਰਕਾਰ ਨੇ ਸ਼ੁੱਕਰਵਾਰ ਯਾਨੀ ਅੱਜ ਐਲਾਨ ਕੀਤਾ ਕਿ ਬੱਚਿਆਂ ਦੀ ਦੇਖਭਾਲ ਦੇ ਲਈ ਭੁਗਤਾਨ ਕਰਨ ਵਾਲੇ ਪਰਿਵਾਰ ਜਲਦੀ ਹੀ ਹਰ ਮਹੀਨੇ ਸੈਂਕੜੇ ਡਾਲਰ ਬਚਾ ਸਕਣਗੇ। ਚਾਈਲਡ ਕੇਅਰ ਅਧਿਕਾਰੀਆਂ ਨੇ ਕਿਹਾ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਮਾਪੇ 1 ਦਸੰਬਰ ਤੱਕ ਹਰ ਮਹੀਨੇ ਫੀਸਾਂ ਦੇ ਵਿੱਚ $550 ਤੱਕ ਘਟਾ ਕੇ ਸਭ ਤੋਂ ਵੱਡੀ ਬਚਤ ਦੇਖਣਗੇ। ਕਿਵੇਂ? ਆਓ ਦੇਖਦੇ ਹਾਂ। BC ਪਰਿਵਾਰ ਬੱਚਿਆਂ ਦੀ ਦੇਖਭਾਲ ਦੇ ਖਰਚੇ ਵਿੱਚ ਪ੍ਰਤੀ ਮਹੀਨਾ $550 ਤੱਕ ਦੀ ਬਚਤ ਕਰ ਸਕਦੇ ਨੇ। BC ਪਿਛਲੀਆਂ 2 ਸੂਬਾਈ ਚੋਣਾਂ ਵਿੱਚ ਕੀਤੇ ਵਾਅਦੇ ਅਨੁਸਾਰ ਸਰਕਾਰ $10 ਪ੍ਰਤੀ ਦਿਨ ਜਿਹੜੀ ਬਾਲ ਸੰਭਾਲ ਦੇ ਟੀਚੇ ਵੱਲ ਇੱਕ ਵੱਡੀ ਛਾਲ ਮਾਰ ਰਹੀ ਹੈ। BC ਚਾਈਲਡ ਕੇਅਰ ਰਾਜ ਮੰਤਰੀ ਕੈਟਰੀਨਾ ਚੇਨ, BC ਸਿੱਖਿਆ ਮੰਤਰੀ ਜੈਨੀਫਰ ਵਾਈਟਸਾਈਡ ਤੇ ਪਰਿਵਾਰ, ਬੱਚਿਆਂ ਤੇ ਸਮਾਜਿਕ ਵਿਕਾਸ ਦੇ ਸੰਘੀ ਮੰਤਰੀ ਕਰੀਨਾ ਗੋਲਡ ਨੇ ਮਾਪਿਆਂ ਦੀ ਔਸਤ ਲਾਗਤ ਨੂੰ $21 ਪ੍ਰਤੀ ਦਿਨ ਤੱਕ ਘਟਾਉਣ ਲਈ ਚਾਈਲਡ ਕੇਅਰ ਫੰਡਿੰਗ ਦਾ ਐਲਾਨ ਕੀਤਾ। ਫਿਲਹਾਲ ਪ੍ਰੋਵਿੰਸ ਦਾ ਉਦੇਸ਼ $10A ਦੀ ਗਿਣਤੀ ਨੂੰ ਦੁੱਗਣਾ ਕਰਨਾ ਹੈ। ਦਿਨ ਤੱਕ 12,000 ਤੋਂ ਵੱਧ ਦਿਨ ਦੀ ਥਾਂ $10 ਪ੍ਰਤੀ ਦਿਨ ਸਪੇਸ ਦੀ ਗਿਣਤੀ ਦਾ ਵਿਸਥਾਰ ਕਰਨ ਦੇ ਕੰਮ ਦੇ ਬਾਵਜੂਦ ਉਹ ਅਜੇ ਵੀ ਸਿਰਫ ਸਥਾਨਾਂ ਦਾ ਇੱਕ ਹਿੱਸਾ ਬਣਾਉਂਦੇ ਨੇ। ਇਹ ਮੌਜੂਦਾ ਫੀਸ ਕਟੌਤੀਆਂ ਦੇ ਸਿਖਰ ਤੇ ਹੈ ਤੇ ਸਿਰਫ ਹਿੱਸਾ ਲੈਣ ਵਾਲੇ ਲਾਇਸੈਂਸ ਸ਼ੁਦਾ ਚਾਈਲਡ ਕੇਅਰ ਸੁਵਿਧਾਵਾਂ ਤੇ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਹਰ ਮਹੀਨੇ ਸਭ ਤੋਂ ਵੱਡੇ ਬਿੱਲਾਂ ਦੇ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਈਲਡ ਕੇਅਰ ਫੀਸਾਂ ਦੇ ਵਿੱਚ ਕਟੌਤੀ ਕਰਨਾ ਇਸ ਵਾਰ ਪ੍ਰਤੀ ਬੱਚਾ $550 ਪ੍ਰਤੀ ਮਹੀਨਾ ਵੱਧਦਾ ਹੈ। ਇੱਕ ਤਰੀਕਾ ਹੈ ਜੋ ਅਸੀਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਵਾਪਸ ਕਰਨ ਲਈ ਕਾਰਵਾਈ ਕਰ ਰਹੇ ਹਾਂ। ਅਜਿਹੇ ਸਮੇਂ ਜਦੋਂ ਵਿਸ਼ਵ ਪੱਧਰ ਤੇ ਮਹਿੰਗਾਈ ਵਧ ਰਹੀ ਹੈ, ਜ਼ਿੰਦਗੀ ਨੂੰ ਮਹਿੰਗਾ ਬਣਾ ਰਹੀ ਹੈ, ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪ੍ਰੋਵਾਈਡਰਾਂ ਦੇ ਲਈ ਫੀਸਾਂ ਵਿੱਚ ਕਟੌਤੀ ਕੀਤੀ ਜਾਏਗੀ। ਇਹ ਜੋੜਦੇ ਹੋਏ ਕਿ 96% ਦੀ ਯੋਗ ਬਾਲ ਸੰਭਾਲ ਸਥਾਨ ਫੀਸਾਂ ਦੇ ਵਿੱਚ ਕਟੌਤੀ ਵਿੱਚ ਹਿੱਸਾ ਲੈ ਰਹੇ ਨੇ। ਕਿੰਡਰਗਾਰਟਨ ਦੇ ਵਿੱਚ ਤੇ ਭਾਗ ਲੈਣ ਵਾਲੇ ਚਾਈਲਡ ਕੇਅਰ ਸੈਂਟਰਾਂ ਵਿੱਚ ਛੋਟੇ ਬੱਚਿਆਂ ਦੇ ਨਾਲ ਸਾਰੀਆਂ ਆਮਦਨੀ ਵਾਲੇ ਮਾਪੇ ਇਹ ਬਚਤ ਦੇਖਣਗੇ। ਦਸੰਬਰ ਵਿੱਚ ਇਹਨਾਂ ਬਚਤਾਂ ਨੂੰ ਬਿਨਾਂ ਲਾਗੂ ਕਰਨ ਦੀ ਲੋੜ ਤੇ ਆਪਣੇ ਬਿੱਲ ਦੇਖਣਗੇ। ਸਰਕਾਰ ਦਾ ਅੰਦਾਜ਼ਾ ਹੈ ਕਿ ਫੀਸਾਂ ਵਿੱਚ ਕਟੌਤੀ ਲਗਭਗ 69,000 ਬੱਚਿਆਂ ਦੇ ਪਰਿਵਾਰਾਂ ਤੱਕ ਪਹੁੰਚ ਜਾਵੇਗੀ। ਇਸ ਵਿੱਚ ਕੁੱਲ $12,500 ਤੇ $10 ਰੋਜ਼ਾਨਾ ਬਾਲ ਸੰਭਾਲ ਸਥਾਨ ਸ਼ਾਮਿਲ ਹੋਣਗੇ। ਇਹ ਤਬਦੀਲੀਆਂ ਪਹਿਲਾਂ ਤੋਂ ਮੌਜੂਦ ਬਾਲ ਸੰਭਾਲ ਫੰਡਿੰਗ ਸਹਾਇਤਾ ਦੇ ਸਿਖਰ ਤੇ ਨੇ। ਤਬਦੀਲੀਆਂ ਉਸ ਬਾਲ ਦੇਖਭਾਲ ਦੀ ਲਾਗਤ ਨੂੰ $53 ਪ੍ਰਤੀ ਦਿਨ ਤੋਂ ਘਟਾ ਕੇ $12 ਪ੍ਰਤੀ ਦਿਨ ਕਰ ਦੇਵੇਗੀ। ਗੋਲਡ ਨੇ ਕਿਹਾ ਹੈ ਕਿ 5 ਸਾਲਾਂ ਵਿੱਚ $3.2 ਬਿਲੀਅਨ ਕੈਨੇਡਾ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਆਪੀ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਸਮਝੌਤੇ ਰਾਹੀਂ ਆ ਰਹੀ ਹੈ। ਗੋਲਡ ਨੇ ਕਿਹਾ ਹੈ ਕਿ ਕੈਨੇਡਾ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਆਪੀ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਸਮਝੌਤਾ, ਜਿਸ ਤੇ ਅਸੀਂ ਸਿਰਫ 1 ਸਾਲ ਪਹਿਲਾਂ ਦਸਤਖਤ ਕੀਤੇ ਸਨ, ਪਰਿਵਾਰ ਨੂੰ ਪਹਿਲ ਦਿੰਦਾ ਹੈ ਤੇ ਇਹ ਯਕੀਨੀ ਬਣਾਏਗਾ ਕਿ ਹਰ ਬੱਚੇ ਦੀ ਉੱਚ ਗੁਣਵੱਤਾ ਕਿਫਾਇਤੀ ਪਹੁੰਚਣਯੋਗ ਬਾਲ ਦੇਖਭਾਲ ਤੱਕ ਪਹੁੰਚ ਹੋਵੇ। ਪ੍ਰੋਵਿੰਸ ਦੁਆਰਾ ਪ੍ਰਦਾਨ ਕੀਤੇ ਗਏ ਸਮੱਸਿਆਵਾਂ ਦੇ ਆਧਾਰ ਤੇ 10 ਮਹੀਨੇ ਦੇ ਬੱਚੇ ਤੇ 3 ਸਾਲ ਦੇ ਬੱਚੇ ਦੀ ਦੇਖਭਾਲ ਕੀਤੀ ਜਾ ਸਕਦੀ ਹੈ। ਪ੍ਰਤੀ ਸਾਲ $11,940 ਦੀ ਬਚਤ ਕਰੋ। ਪ੍ਰਤੀ ਸਾਲ $5,400 ਤੋਂ ਇਲਾਵਾ ਉਹ ਪਹਿਲਾਂ ਹੀ ਬਚਤ ਕਰ ਰਹੇ ਨੇ। 2 ਸਾਲ ਤੇ 4 ਸਾਲ ਦੀ ਉਮਰ ਦੇ ਪਰਿਵਾਰ ਦੀ ਦੇਖਭਾਲ ਪ੍ਰਾਪਤ ਕਰਨ ਵਾਲੇ ਪਰਿਵਾਰ ਹਰ ਸਾਲ $3,120 ਪ੍ਰਤੀ ਸਾਲ ਦੀ ਬਚਤ ਤੋਂ ਇਲਾਵਾ $10,080 ਤੱਕ ਦੀ ਹੋਰ ਬਚਤ ਮਿਲੇਗੀ। 2021 ਦੇ ਵਿੱਚ ਫੈਡਰਲ ਸਰਕਾਰ ਨੇ ਹੋਰ ਵਾਅਦਾ ਕੀਤਾ ਸੀ। 2026 ਤੱਕ ਬਾਲ ਦੇਖਭਾਲ ਦੀ ਔਸਤ ਲਾਗਤ ਨੂੰ $10 ਪ੍ਰਤੀ ਦਿਨ ਘਟਾਉਣ ਲਈ $3 ਬਿਲੀਅਨ ਤੋਂ ਵੱਧ ਹੈ। ਇਸ ਸਮੇਂ ਪ੍ਰੋਵਿੰਸ ਦਾ ਟੀਚਾ ਦਸੰਬਰ ਤੱਕ $10 ਦਿਨ ਦੇ ਸਪੇਸ ਦੀ ਗਿਣਤੀ ਨੂੰ ਦੁੱਗਣਾ ਕਰਕੇ 12,000 ਤੋਂ ਵੱਧ ਕਰਨਾ ਹੈ। $10 ਪ੍ਰਤੀ ਦਿਨ ਸਪੇਸ ਦੀ ਗਿਣਤੀ ਨੂੰ ਵਧਾਉਣ ਲਈ ਕੰਮ ਦੇ ਬਾਵਜੂਦ ਉਹ ਅਜੇ ਵੀ ਸਿਰਫ ਹਿੱਸਾ ਬਣਾ ਰਹੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਮਾਹਰਾਂ ਨੇ ਸਿਹਤ ਪ੍ਰਣਾਲੀ ਤੇ ਤਣਾਅ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ। ਪੂਰੇ BC ਦੇ ਮਾਹਰ ਸੂਬਾਈ ਸਰਕਾਰ ਤੇ ਬੈਕਲੌਗ ਨੂੰ ਦੂਰ ਕਰਨ ਦੇ ਲਈ ਦਬਾਅ ਪਾ ਰਹੇ ਨੇ, ਜਿਸ ਦੇ ਨਾਲ ਉਡੀਕ ਸਮੇਂ ਵਿਗੜ ਗਏ ਨੇ। ਪਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਦਾ ਕਹਿਣਾ ਹੈ ਕਿ ਸਮੱਸਿਆ ਦੇਸ਼ ਭਰ ਦੇ ਵਿੱਚ ਹੈ। BC ਦੇ ਕੰਸਲਟੈਂਟ ਸਪੈਸ਼ਲਿਸਟ ਤੇ ਤੈਨਾਤ ਹੋਣ ਤੋਂ ਬਾਅਦ ਕੁੱਲ 135 ਮਾਹਰਾਂ ਨੇ ਪੱਤਰ ਦੇ ਉੱਤੇ ਦਸਤਖਤ ਕੀਤੇ ਨੇ ਤੇ ਇਸ ਸੰਬੰਧੀ ਮੰਗ ਕੀਤੀ ਹੈ ਕਿ ਇਸ ਤਣਾਅ ਦਾ ਘਟਣਾ ਇਸ ਵੇਲੇ ਲਾਜ਼ਮੀ ਹੈ। BC ਮਾਹਰਾਂ ਨੇ ਸਿਹਤ ਪ੍ਰਣਾਲੀ ਤੇ ਤਣਾਅ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ।
ਪੂਰੇ BC ਦੇ ਮਾਹਰ ਸੂਬਾਈ ਸਰਕਾਰ ਤੇ ਬੈਕਲੌਗ ਨੂੰ ਦੂਰ ਕਰਨ ਲਈ ਦਬਾਅ ਪਾ ਰਹੇ ਨੇ, ਜਿਸ ਨਾਲ ਉਡੀਕ ਸਮੇਂ ਵਿਗੜ ਗਏ ਨੇ। ਪਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਦਾ ਕਹਿਣਾ ਹੈ ਕਿ ਸਮੱਸਿਆ ਦੇਸ਼ ਭਰ ਦੇ ਵਿੱਚ ਹੈ। 26 ਮਾਹਰਾਂ ਨੇ ਸਿਹਤ ਮੰਤਰੀ ਐਡਰੀਅਨ ਡਿਕਸ ਨੂੰ ਇੱਕ ਖੁੱਲ੍ਹਾ ਪੱਤਰ ਭੇਜਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਟੁੱਟਦੀ ਹੋਈ ਸਿਹਤ ਸੰਭਾਲ ਪ੍ਰਣਾਲੀ ਦੇ ਕਾਰਨ ਉਸ ਨਾਲ ਇੱਕ ਜ਼ਰੂਰੀ ਮੁਲਾਕਾਤ ਵੀ ਚਾਹੁੰਦੇ ਨੇ, ਜੋ ਉਹਨਾਂ ਨੂੰ ਅਕਾ ਤੇ ਥਕਾ ਰਹੀ ਹੈ। BC ਦੇ ਕੰਸਲਟੈਂਟ ਸਪੈਸ਼ਲਿਸਟ ਤੇ ਤੈਨਾਤ ਹੋਣ ਤੋਂ ਬਾਅਦ ਕੁੱਲ 135 ਮਾਹਰਾਂ ਨੇ ਪੱਤਰ ਤੇ ਦਸਤਖਤ ਕੀਤੇ ਸਨ। ਪੱਤਰਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇ ਅਸੀਂ ਮਿਲ ਕੇ ਕੰਮ ਨਹੀਂ ਕਰਦੇ ਹਾਂ ਤਾਂ ਇਸ ਸੂਬੇ ਦੇ ਵਿੱਚ ਵਿਸ਼ੇਸ਼ ਦੇਖਭਾਲ ਹੋਰ ਵੀ ਖਰਾਬ ਹੋ ਜਾਵੇਗੀ। ਇਹ ਮਾਹਰਾਂ ਨੂੰ ਦੱਸਦਾ ਹੈ ਕਿ ਵਧੀਆਂ ਹੋਈਆਂ ਚੁਣੌਤੀਆਂ ਦੇ ਸਾਲਾਂ ਦੁਆਰਾ ਰੁਕਾਵਟ ਪਾਈ ਗਈ ਹੈ, ਜੋ ਸਿਰਫ ਕੋਵਿਡ-19 ਮਹਾਮਾਰੀ ਦੁਆਰਾ ਬੱਤਰ ਬਣੀਆਂ ਨੇ। ਮਰੀਜ਼ ਸਾਡੀ ਉਡੀਕ ਸੂਚੀ ਦੇ ਵਿੱਚ ਬਿਮਾਰ ਹੋ ਰਹੇ ਨੇ ਤੇ ਮਰ ਰਹੇ ਨੇ। ਪ੍ਰਾਇਮਰੀ ਕੇਅਰ ਪ੍ਰੋਵਾਈਡਰਸ ਜੇਕਰ ਉਪਲਬਧ ਹੋਵੇ ਤਾਂ ਮਰੀਜ਼ਾਂ ਦੀ ਉਦੋਂ ਤੱਕ ਸਹਾਇਤਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਨੇ ਜਦੋਂ ਤੱਕ ਉਹ ਦੇਖੇ ਨਹੀਂ ਜਾਂਦੇ। ਜ਼ਰੂਰੀ ਪ੍ਰਾਇਮਰੀ ਕੇਅਰ ਸੈਂਟਰ ਤੇ ਐਮਰਜੈਂਸੀ ਵਿਭਾਗ ਹਾਵੀ ਹੋ ਗਏ ਨੇ ਤੇ ਮਾਹਰਾਂ ਤੱਕ ਤੁਰੰਤ ਪ੍ਰਦਾਨਗੀ ਜਿਹੜੀ ਹੈ ਉਹ ਕਰ ਸਕਦੇ ਨੇ। ਵਧੇ ਹੋਏ ਦਾਖਲੇ ਪਹਿਲਾਂ ਹੀ ਬੋਝ ਵਾਲੇ ਹਸਪਤਾਲ ਪ੍ਰਣਾਲੀ ਤੇ ਦਬਾਅ ਪਾਉਂਦੇ ਨੇ ਤੇ ਡਾਲਰਾਂ ਤੇ ਮਰੀਜ਼ਾਂ ਦੀਆਂ ਤਕਲੀਫਾਂ ਦੋਵਾਂ ਦੇ ਵਿੱਚ ਹੋਰ ਵੀ ਖਰਚਾ ਹੁੰਦਾ ਹੈ। ਕਈਆਂ ਦਾ ਕਹਿਣਾ ਹੈ ਕਿ ਇੱਕ ਵਿਸ਼ਾਲ ਆਧਾਰ ਸਰਕਾਰ ਤੇ ਕਾਰਵਾਈ ਕਰਨ ਲਈ ਫੌਜਾਂ ਦੇ ਵਿੱਚ ਸ਼ਾਮਿਲ ਹੋਈਆਂ, ਕਿਉਂਕਿ ਉਹ ਸੜ ਗਏ ਤੇ ਨਿਰਾਸ਼ ਹੋ ਗਏ ਹਨ। ਡਿਕਸ ਨੇ ਜਵਾਬ ਨਹੀਂ ਦਿੱਤਾ, ਪਰ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਮਾਹਰ ਡਾਕਟਰਾਂ ਦੇ BC ਦੁਆਰਾ ਆਪਣੀਆਂ ਚਿੰਤਾਵਾਂ ਨੂੰ ਹੱਲ ਕਰ ਸਕਦੇ ਨੇ, ਜੋ ਕਿ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਸਾਰੇ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ। ਹੋਗ ਦਾ ਕਹਿਣਾ ਹੈ ਕਿ ਪ੍ਰਾਂਤ ਪਹਿਲਾਂ ਹੀ ਪਰਿਵਾਰ ਦੇ ਡਾਕਟਰਾਂ ਨੂੰ ਓਵਰਹੈੱਡ ਖਰਚਿਆਂ ਲਈ ਲੱਖਾਂ ਡਾਲਰ ਅਸਥਾਈ ਫੰਡ ਪ੍ਰਦਾਨ ਕਰ ਚੁੱਕਾ ਹੈ, ਪਰ ਮਾਹਰਾਂ ਦੇ ਲਈ ਅਜਿਹਾ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਉਸੇ ਸਹਾਇਤਾ ਦੀ ਲੋੜ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਡਾਕਟਰ ਦਾ ਕਹਿਣਾ ਹੈ ਕਿ ਇਹ ਤੱਥ ਕਿ ਇੰਨੇ ਸਾਰੇ ਮਾਹਰਾਂ ਨੇ ਪੱਤਰ ਤੇ ਦਸਤਖਤ ਕੀਤੇ ਹਨ, ਇਹ ਬੇਮਿਸਾਲ ਹੈ, ਪਰ ਲੰਬੇ ਇੰਤਜ਼ਾਰ ਦੇ ਸਮੇਂ ਦੇ ਮੁੱਦੇ ਨੂੰ ਸਾਰੇ 13 ਅਧਿਕਾਰ ਖੇਤਰਾਂ ਵਿੱਚ ਸਹਿਯੋਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫੈਡਰਲ ਸਰਕਾਰ ਦੁਆਰਾ ਕੋਵਿਡ-19 ਸਰਹੱਦੀ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕਰਨ ਦੇ ਨਾਲ ਕਈ ਡਾਕਟਰਾਂ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਉਪਾਅ ਅਸਫਲ ਰਹੇ ਨੇ। ਕੁਝ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਜਹਾਜ਼ਾਂ ਤੇ ਰੇਲ ਗੱਡੀਆਂ ਤੇ ਮਾਸਕ ਪਾਉਣਾ ਵੀ ਇੱਕ ਵਿਅਕਤੀਗਤ ਵਿਕਲਪ ਬਣਨਾ ਚਾਹੀਦਾ ਹੈ, ਕਿਉਂਕਿ ਇਹ ਹੁਣ ਬਾਕੀ ਸਮਾਜ ਦੇ ਵਿੱਚ ਹੈ। ਮੌਜੂਦਾ ਕੋਵਿਡ-19 ਸਰਹੱਦੀ ਪਾਬੰਦੀਆਂ ਕੈਨੇਡੀਅਨਾਂ ਦੀ ਸੁਰੱਖਿਆ ਲਈ ਵੱਡੇ ਪੱਧਰ ਤੇ ਬੇਅਸਰ ਨੇ। ਫੈਡਰਲ ਸਰਕਾਰ ਦੇ ਦੁਆਰਾ ਕੋਵਿਡ-19 ਸਰਹੱਦੀ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕਰਨ ਦੇ ਨਾਲ ਕਈ ਡਾਕਟਰਾਂ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਉਪਾਅ ਅਸਫਲ ਰਹੇ ਨੇ। ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਦੇ ਲਈ ਇੱਕ ਰਿਪੋਰਟ ਤਿਆਰ ਹੋਈ, ਜੋ ਕਿ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ ਦੀ ਵਕਾਲਤ ਕਰ ਰਹੀ ਹੈ ਤੇ ਕਹਿੰਦੀ ਹੈ ਕਿ ਮੌਜੂਦਾ ਸਰਹੱਦੀ ਪਾਬੰਦੀਆਂ ਕੈਨੇਡੀਅਨਾਂ ਨੂੰ ਕੋਵਿਡ ਤੋਂ ਬਚਾਉਣ ਲਈ ਬਹੁਤ ਹੱਦ ਤੱਕ ਬੇਅਸਰ ਨੇ। ਯੂਨੀਵਰਸਿਟੀ ਹੈਲਥ ਨੈਟਵਰਕ ਦੇ ਨਾਲ ਇੱਕ ਡਾਕਟਰ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਸ਼ੁਰੂ ਵਿੱਚ ਯਾਤਰਾ ਉਪਾਵਾਂ ਨੇ ਘਰੇਲੂ ਲਾਕਡਾਊਨ ਦੇ ਨਾਲ ਕਰਵ ਨੂੰ ਵੀ ਸਮੂਥ ਕਰਨ ਲਈ ਕੰਮ ਕੀਤਾ, ਪਰ ਉਹ ਵੇਰੀਐਂਟ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਵਿੱਚ ਅਸਫਲ ਰਹੇ ਨੇ ਤੇ ਹੁਣ ਪ੍ਰਭਾਵੀ ਨਹੀਂ ਹੈ, ਕਿਉਂਕਿ ਓਮਿਕਰੋਨ ਨੂੰ ਵਿਆਪਕ ਤੇ ਫੈਲਾਇਆ ਜਾ ਸਕਦਾ ਹੈ। ਬਹੁਤ ਜ਼ਿਆਦਾ ਟੀਕਾਕਰਨ ਵਾਲੇ ਸਮਾਜ ਦੇ ਵਿੱਚ ਸਰਹੱਦੀ ਪਾਬੰਦੀਆਂ ਜ਼ਰੂਰੀ ਨਹੀਂ ਹੈ ਤੇ ਆਸਾਨੀ ਨਾਲ ਇਲਾਜ ਤੱਕ ਪਹੁੰਚ ਹੈ। ਕੁਝ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਜਹਾਜ਼ਾਂ ਤੇ ਰੇਲ ਗੱਡੀਆਂ ਤੇ ਮਾਸਕ ਪਾਉਣ ਲਈ ਵੀ ਇੱਕ ਵਿਅਕਤੀਗਤ ਵਿਕਲਪ ਬਣਨਾ ਚਾਹੀਦਾ ਹੈ, ਕਿਉਂਕਿ ਇਹ ਹੁਣ ਬਾਕੀ ਸਮਾਜ ਵਿੱਚ ਹੈ। ਜਨਤਕ ਆਵਾਜਾਈ, ਕੰਮ ਤੇ ਸਕੂਲ ਜਾਣਾ ਤੇ ਕਰਿਆਨੇ ਦੀ ਦੁਕਾਨ ਦਾ ਦੌਰਾ ਕਰਨਾ ਇੱਕ ਮਹੱਤਵਪੂਰਨ ਖਤਰਾ ਹੈ। ਫੈਡਰਲ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਵੈਕਸੀਨ ਦੇ ਹੁਕਮਾਂ ਤੇ ਅਰਾਈਵਕੈਨ ਐਪ ਦੀ ਲਾਜ਼ਮੀ ਵਰਤੋਂ ਵਰਗੇ ਉਪਾਵਾਂ ਦੀ ਮਿਆਦ ਮਹੀਨੇ ਦੇ ਅੰਤ ਵਿੱਚ ਖਤਮ ਹੋ ਜਾਵੇਗੀ। ਹਾਲਾਂਕਿ ਇੱਥੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। 20 ਜੂਨ ਨੂੰ ਕੈਨੇਡਾ ਨੇ ਜਹਾਜ਼ਾਂ ਤੇ ਰੇਲ ਗੱਡੀਆਂ ਦੇ ਬਾਹਰ ਜਾਣ ਵਾਲੇ ਕੌਮਾਂਤਰੀ ਯਾਤਰੀਆਂ ਦੇ ਲਈ ਘਰੇਲੂ ਯਾਤਰਾ ਲਈ ਕੋਵਿਡ-19 ਵੈਕਸੀਨ ਦੇ ਆਦੇਸ਼ਾਂ ਨੂੰ ਮੁਅੱਤਲ ਕਰ ਦਿੱਤਾ। ਕੈਨੇਡੀਅਨ ਸਰਕਾਰ ਨੇ ਉਦੋਂ ਤੋਂ ਸੰਘੀ ਤੌਰ ਤੇ ਨਿਰੰਤਰਤ ਕਰਮਚਾਰੀਆਂ ਦੇ ਲਈ ਵੀ ਕੋਵਿਡ-19 ਵੈਕਸੀਨ ਦੇ ਹੁਕਮਾਂ ਨੂੰ ਹਟਾ ਦਿੱਤਾ ਹੈ, ਜਿਸ ਦੇ ਵਿੱਚ ਪਬਲਿਕ ਸਰਵਿਸ, RCMP ਤੇ ਟਰਾਂਸਪੋਰਟਰਸ, ਵਰਕਰਾਂ ਤੇ ਟਰੱਕਰਸ ਸ਼ਾਮਿਲ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਆਟਵਾ ਨੇ ਸੂਬਾਈ ਨਿਰੰਤਰਨ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਅਪਰਾਧ ਬੰਦੂਕ ਦੀ ਟ੍ਰੇਸਿੰਗ ਦੀ ਕਮੀ ਨੂੰ ਰੋਕਿਆ ਹੈ। ਫੈਡਰਲ ਏਜੰਸੀਆਂ ਅਪਰਾਧਾਂ ਦੇ ਵਿੱਚ ਵਰਤੀਆਂ ਜਾਂਦੀਆਂ ਬੰਦੂਕਾਂ ਦੀ ਸ਼ੁਰੂਆਤ ਦਾ ਪਤਾ ਲਗਾਉਣ ਦੇ ਲਈ ਯਤਨਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਅਜਿਹਾ ਲੱਗਦਾ ਹੈ ਕਿ ਅਧਿਕਾਰ ਖੇਤਰ ਦੀਆਂ ਰੁਕਾਵਟਾਂ ਉਪਾਵਾਂ ਨੂੰ ਜਿੱਥੋਂ ਤੱਕ ਹੋ ਸਕੇ ਰੋਕ ਸਕਦੀਆਂ ਨੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ RCMP ਨੇ ਇੱਕ ਨਵੀਂ ਲਾਜ਼ਮੀ ਟ੍ਰੇਸਿੰਗ ਨੀਤੀ ਪੇਸ਼ ਕੀਤੀ ਹੈ, ਮਤਲਬ ਕਿ ਉਹਨਾਂ ਸਥਾਨਾਂ ਦੇ ਵਿੱਚ ਜਿੱਥੇ ਮਾਊਂਟੇਜ ਅਧਿਕਾਰ ਖੇਤਰ ਦੇ ਵਿੱਚ ਪੁਲਿਸ ਹੈ।
ਔਟਵਾ ਨੇ ਸੂਬਾਈ ਨਿਰੰਤਰਣ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਅਪਰਾਧ ਬੰਦੂਕ ਦੀ ਟ੍ਰੇਸਿੰਗ ਦੀ ਕਮੀ ਨੂੰ ਰੋਕਿਆ। ਫੈਡਰਲ ਏਜੰਸੀਆਂ ਅਪਰਾਧਾਂ ਦੇ ਵਿੱਚ ਵਰਤੀਆਂ ਜਾਂਦੀਆਂ ਬੰਦੂਕਾਂ ਦੀ ਸ਼ੁਰੂਆਤ ਦਾ ਪਤਾ ਲਗਾਉਣ ਦੇ ਲਈ ਯਤਨਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਅਜਿਹਾ ਲੱਗਦਾ ਹੈ ਕਿ ਅਧਿਕਾਰ ਖੇਤਰ ਦੀਆਂ ਰੁਕਾਵਟਾਂ ਉਪਾਵਾਂ ਨੂੰ ਜਿੱਥੋਂ ਤੱਕ ਹੋ ਸਕੇ ਰੋਕ ਸਕਦੀਆਂ ਨੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ RCMP ਨੇ ਇੱਕ ਨਵੀਂ ਲਾਜ਼ਮੀ ਟ੍ਰੇਸਿੰਗ ਨੀਤੀ ਪੇਸ਼ ਕੀਤੀ ਹੈ, ਮਤਲਬ ਕਿ ਉਹਨਾਂ ਸਥਾਨਾਂ ਦੇ ਵਿੱਚ ਜਿੱਥੇ ਮਾਊਂਟੇਜ਼ ਅਧਿਕਾਰ ਖੇਤਰ ਦੀ ਪੁਲਿਸ ਹੈ। ਜ਼ਬਤ ਕੀਤੀਆਂ ਗੈਰ ਕਾਨੂੰਨੀ ਬੰਦੂਕਾਂ ਨੂੰ ਆਪਣੇ ਆਪ ਫੋਰਸ ਦੇ ਰਾਸ਼ਟਰੀ ਹਥਿਆਰ ਟ੍ਰੇਸਿੰਗ ਕੇਂਦਰ ਵਿੱਚ ਭੇਜਿਆ ਜਾਏਗਾ। ਹਾਊਸ ਆਫ ਕਾਮਨਸ ਪਬਲਿਕ ਸੇਫਟੀ ਕਮੇਟੀ ਤੇ ਕੈਨੇਡੀਅਨ ਐਸੋਸੀਏਸ਼ਨ ਆਫ ਚੀਫ ਪੁਲਿਸ ਨੇ ਸਰਕਾਰ ਨੂੰ ਇਹ ਲੋੜ ਬਣਾਉਣ ਦੇ ਲਈ ਕਿਹਾ ਹੈ ਕਿ ਦੇਸ਼ ਭਰ ਦੀ ਪੁਲਿਸ ਦੁਆਰਾ ਜਾਂਚ ਦੌਰਾਨ ਬਰਾਮਦ ਕੀਤੀਆਂ ਗਈਆਂ ਸਾਰੀਆਂ ਅਪਰਾਧ ਬੰਦੂਕਾਂ ਨਾ ਸਿਰਫ RCMP ਨੂੰ ਟ੍ਰੇਸ ਕਰਨ ਲਈ ਜਮ੍ਹਾਂ ਕਰਵਾਈਆਂ ਜਾਏ। ਸਭ ਤੋਂ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਹਰ ਸਾਲ ਬਰਾਮਦ ਕੀਤੀਆਂ ਗਈਆਂ ਹਜ਼ਾਰਾਂ ਅਪਰਾਧ ਬੰਦੂਕਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਲੱਭਿਆ ਜਾ ਰਿਹਾ ਹੈ। ਬੰਦੂਕ ਤੇ ਗੈਂਗ ਹਿੰਸਾ ਨੂੰ ਘਟਾਉਣ ਬਾਰੇ ਜਨਤਕ ਸੁਰੱਖਿਆ ਕਮੇਟੀ ਦੀ ਅਪ੍ਰੈਲ ਦੀ ਰਿਪੋਰਟ ਦੇ ਇੱਕ ਨਵੇਂ ਜਾਰੀ ਕੀਤੇ ਗਏ ਜਵਾਬ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਹਥਿਆਰਾਂ ਦੇ ਸਰੋਤਾਂ ਨੂੰ ਨਿਰਧਾਰਤ ਕਰਨ ਲਈ ਟ੍ਰੇਸਿੰਗ ਇੱਕ ਮੁੱਖ ਸਾਧਨ ਹੈ। RCMP ਦਾ ਰਾਸ਼ਟਰੀ ਟ੍ਰੇਸਿੰਗ ਸੈਂਟਰ ਆਖਰੀ ਜਾਣੇ ਪਛਾਣੇ ਕਾਨੂੰਨੀ ਮਾਲਕ ਜਾਂ ਕਾਰੋਬਾਰ ਦਾ ਪਤਾ ਲਗਾਉਣ ਦੇ ਲਈ ਥੋਕ ਵਿਕਰੇਤਾਵਾਂ ਤੇ ਪ੍ਰਚੂਨ ਵਿਕਰੇਤਾਵਾਂ ਦੇ ਹੱਥਾਂ ਰਾਹੀਂ ਕੈਨੇਡਾ ਦੇ ਵਿੱਚ ਇਸ ਦੇ ਨਿਰਮਾਣ ਜਾਂ ਆਯਾਤ ਤੋਂ ਬੰਦੂਕ ਦੀ ਗਤੀ ਨੂੰ ਟਰੈਕ ਕਰਦਾ ਹੈ। ਕੇਂਦਰ ਓਨਟਾਰੀਓ ਦੇ ਵਿੱਚ ਹਥਿਆਰਾਂ ਦੇ ਮਾਹਰ ਟ੍ਰੇਸਿੰਗ ਤੇ ਐਨਫੋਰਸਮੈਂਟ ਪ੍ਰੋਗਰਾਮ ਸਮੇਤ ਭਾਈਵਾਲਾਂ ਦੇ ਨਾਲ ਕੰਮ ਕਰਦਾ ਹੈ। ਟ੍ਰੇਸਿੰਗ ਇਹ ਨਿਰਧਾਰਤ ਕਰਨ ਦੇ ਵਿੱਚ ਵੀ ਮਦਦ ਕਰ ਸਕਦੀ ਹੈ ਕਿ ਬੰਦੂਕ ਕੈਨੇਡਾ ਦੇ ਵਿੱਚ ਤਸਕਰੀ ਕੀਤੀ ਗਈ ਸੀ ਜਾਂ ਕਿਸੇ ਘਰੇਲੂ ਸਰੋਤ ਤੋਂ ਆਈ ਸੀ। ਔਟਵਾ ਨੇ ਹਥਿਆਰਾਂ ਨੂੰ ਟ੍ਰੇਸ ਕਰਨ ਤੇ ਕੰਟਰੋਲ ਦੇ ਪੈਟਰਨਾਂ ਦੀ ਪਛਾਣ ਕਰਨ ਦੇ ਨਾਲ-ਨਾਲ ਇੱਕ ਨਵੇਂ ਰਾਸ਼ਟਰੀ ਟ੍ਰੇਸਿੰਗ ਡੇਟਾਬੇਸ ਦੇ ਵਿਕਾਸ ਨੂੰ ਸਮਰਥਨ ਦੇਣ ਲਈ RCMP ਦੀ ਸਮਰੱਥਾ ਨੂੰ ਵਧਾਉਣ ਲਈ 2021-22 ਤੋਂ ਸ਼ੁਰੂ ਕਰਦੇ ਹੋਏ 5 ਸਾਲਾਂ ਵਿੱਚ $15 ਮਿਲੀਅਨ ਤੇ $3.3 ਮਿਲੀਅਨ ਜਾਰੀ ਕੀਤੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਜੁਲਾਈ ਦੇ ਵਿੱਚ ਪ੍ਰਚੂਨ ਵਿਕਰੀ 2.5% ਘਟ ਕੇ $61.3 ਮਿਲੀਅਨ ਹੋ ਗਈ ਹੈ, ਜੋ ਕਿ ਪੈਟਰੋਲ ਸਟੇਸ਼ਨਾਂ ਤੇ ਕੱਪੜਿਆਂ ਦੇ ਉਪਕਰਨਾਂ ਦੇ ਸਟੋਰਾਂ ਦੇ ਉੱਤੇ ਵਿਕਰੀ ਘਟਣ ਦੇ ਕਾਰਨ 7 ਮਹੀਨਿਆਂ 'ਚ ਪਹਿਲੀ ਗਿਰਾਵਟ ਹੈ। CIBC ਅਰਥਸ਼ਾਸਤਰੀ ਨੇ ਕਿਹਾ ਹੈ ਕਿ ਉੱਚ ਤੋਂ ਉੱਚ ਮੁਦਰਾਸਫੀਤੀ, ਵੱਧਦੀ ਵਿਆਜ ਦਰਾਂ ਤੇ ਸੇਵਾ ਦੀ ਖਪਤ ਦੇ ਵਿੱਚ ਤਬਦੀਲੀ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪ੍ਰਚੂਨ ਵਿਕਰੀ ਉਮੀਦ ਨਾਲੋਂ ਵਧੇਰੇ ਫਲੈਕਸੀਬਲ ਰਹੀ ਹੈ। ਸਟੈਟਿਸਟਿਕਸ ਕੈਨੇਡਾ ਨੇ ਅੱਜ ਕਿਹਾ ਹੈ ਕਿ ਜੁਲਾਈ ਦੇ ਵਿੱਚ ਪ੍ਰਚੂਨ ਵਿਕਰੀ 2.5% ਘਟ ਕੇ $61.3 ਬਿਲੀਅਨ ਹੋ ਗਈ, ਜੋ ਕਿ ਪੈਟਰੋਲ ਸਟੇਸ਼ਨਾਂ ਤੇ ਕੱਪੜਿਆਂ ਦੇ ਉਪਕਰਨਾਂ ਦੇ ਸਟੋਰਾਂ ਤੇ ਵਿਕਰੀ ਘਟਣ ਕਾਰਨ 7 ਮਹੀਨਿਆਂ ਦੇ ਵਿੱਚ ਪਹਿਲੀ ਗਿਰਾਵਟ ਹੈ। CIBC ਅਰਥਸ਼ਾਸਤਰੀ ਨੇ ਕਿਹਾ ਹੈ ਕਿ ਉੱਚ ਮੁਦਰਾਸਫੀਤੀ, ਵੱਧਦੀ ਵਿਆਜ ਦਰਾਂ ਤੇ ਸੇਵਾ ਦੀ ਖਪਤ ਦੇ ਵਿੱਚ ਤਬਦੀਲੀ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰਚੂਨ ਵਿਕਰੀ ਉਮੀਦ ਨਾਲੋਂ ਵਧੇਰੇ ਫਲੈਕਸੀਬਲ ਰਹੀ ਹੈ। ਉਮੀਦ ਨਾਲੋਂ ਕਮਜ਼ੋਰ ਜੁਲਾਈ ਦੇ ਆંકੜੇ ਆਖਰਕਾਰ ਕੁਝ ਸਬੂਤ ਪ੍ਰਦਾਨ ਕਰਦੇ ਨੇ ਕਿ ਵਸਤੂਆਂ ਦੀ ਖਪਤ ਤੋਂ ਸੰਭਾਵਤ ਤਬਦੀਲੀ ਤੇ ਉੱਚ ਦਰਾਂ ਦਾ ਪ੍ਰਭਾਵ ਵਧੇਰੇ ਅਰਥਪੂਰਨ ਰੂਪ ਦੇ ਵਿੱਚ ਲਾਗੂ ਹੋਣਾ ਸ਼ੁਰੂ ਹੋ ਰਿਹਾ ਹੈ। ਇਹ ਉਹ ਕਿਸਮ ਦਾ ਡੇਟਾ ਹੈ ਜਿਸ ਦੀ ਬੈਂਕ ਕੈਨੇਡਾ ਦੁਆਰਾ ਖੋਜ ਕੀਤੀ ਜਾ ਰਹੀ ਹੈ, ਕਿਉਂਕਿ ਇਹ ਦਾਖਲ ਹੁੰਦਾ ਹੈ ਕਿ ਇਸ ਦੇ ਹਾਈਕਿੰਗ ਚੱਕਰ ਦਾ ਆਖਰੀ ਪੜਾਅ ਵੀ ਹੋਣਾ ਚਾਹੀਦਾ ਹੈ। ਅਸੀਂ ਅਕਤੂਬਰ ਦੇ ਵਿੱਚ ਇੱਕ ਹੋਰ ਯਾਨੀ 0.5% ਅੰਕ ਵਾਧੇ ਦੀ ਉਮੀਦ ਕਰਦੇ ਰਹਿੰਦੇ ਹਾਂ, ਇਸ ਤੋਂ ਪਹਿਲਾਂ ਕਿ ਇੱਕ ਕੂਲਿੰਗ ਆਰਥਿਕਤਾ ਦੇ ਹੋਰ ਸਬੂਤ ਬੈਂਕ ਨੂੰ ਆਪਣੀ ਦਰ ਵਾਧੇ ਨੂੰ ਰੋਕਣ ਦੀ ਆਗਿਆ ਦੇਵੇ। ਬੈਂਕ ਆਫ ਕੈਨੇਡਾ ਨੇ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਲਿਆਉਣ ਦੀ ਆਪਣੀ ਲੜਾਈ ਦੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਮੁੱਖ ਵਿਆਜ ਦੇ ਟੀਚੇ ਨੂੰ 3/4% ਵਧਾ ਕੇ 3.25% ਕਰ ਦਿੱਤਾ ਹੈ। ਕੈਨੇਡੀਅਨ ਕੇਂਦਰੀ ਬੈਂਕ ਦਾ ਅਗਲਾ ਵਿਆਜ ਦਰ ਦਾ ਫੈਸਲਾ 26 ਅਕਤੂਬਰ ਨੂੰ ਤੈਅ ਕੀਤਾ ਗਿਆ ਹੈ, ਜਦੋਂ ਇਹ ਆਪਣੀ ਮੁਦਰਾ ਨੀਤੀ ਰਿਪੋਰਟ ਦੇ ਵਿੱਚ ਅਰਥ ਵਿਵਸਥਾ ਲਈ ਪੂਰਵ ਅਨੁਮਾਨ ਨੂੰ ਵੀ ਪ੍ਰਕਾਸ਼ਿਤ ਕਰੇਗਾ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਜੁਲਾਈ ਦੇ ਵਿੱਚ ਪ੍ਰਚੂਨ ਵਿਕਰੀ 11 ਉਪ ਸੈਕਟਰਾਂ ਦੇ ਵਿੱਚੋਂ 9 ਵਿੱਚ ਘਟ ਗਈ ਸੀ, ਜੋ ਕਿ ਪ੍ਰਚੂਨ ਵਪਾਰ ਦਾ 94.5% ਦਰਸਾਉਂਦਾ ਹੈ। ਗੈਸੋਲੀਨ ਸਟੇਸ਼ਨਾਂ ਤੇ ਵਿਕਰੀ ਮਹੀਨੇ ਲਈ 14.2% ਘਟੀ, ਕਿਉਂਕਿ ਗੈਸੋਲੀਨ ਦੀਆਂ ਕੀਮਤਾਂ 9.2% ਘਟੀਆਂ ਤੇ ਗੈਸੋਲੀਨ ਸਟੇਸ਼ਨਾਂ ਤੇ ਵਿਕਰੀ 7.0% ਘਟ ਗਈ। ਇਸ ਦੌਰਾਨ ਕੱਪੜੇ ਤੇ ਸਮਾਨ ਸਟੋਰਾਂ ਤੇ ਵਿਕਰੀ 3.3% ਘਟ ਗਈ, ਕਿਉਂਕਿ ਕੱਪੜੇ ਦੀਆਂ ਦੁਕਾਨਾਂ ਦੀ ਵਿਕਰੀ 3.3% ਤੇ ਜੁੱਤੀਆਂ ਦੇ ਸਟੋਰਾਂ ਦੇ ਵਿੱਚ 6.5% ਦੀ ਗਿਰਾਵਟ ਆਈ। ਗਹਿਣਿਆਂ, ਸਮਾਨ ਤੇ ਚਮੜੇ ਦੇ ਸਮਾਨ ਦੇ ਸਟੋਰਾਂ ਦੇ ਵਿੱਚ 0.6% ਦੀ ਗਿਰਾਵਟ ਦਰਜ ਕੀਤੀ ਗਈ। ਫੁੱਟਕਲ ਸਟੋਰਾਂ ਦੀ ਸ਼੍ਰੇਣੀ, ਜਿਸ ਦੇ ਵਿੱਚ ਪਾਲਤੂ ਜਾਨਵਰਾਂ ਦੇ ਸਟੋਰ, ਕੈਨੇਬਿਸ ਸਟੋਰ ਤੇ ਦਫ਼ਤਰੀ ਸਪਲਾਈ ਤੇ ਸਟੇਸ਼ਨਰੀ ਸਟੋਰ ਸ਼ਾਮਿਲ ਹਨ, ਦੀ ਵਿਕਰੀ ਦੇ ਵਿੱਚ 0.7% ਵਾਧਾ ਹੋਇਆ ਹੈ। ਕੋਰ ਪ੍ਰਚੂਨ ਵਿਕਰੀ, ਜਿਸ ਦੇ ਵਿੱਚ ਗੈਸੋਲੀਨ ਸਟੇਸ਼ਨਾਂ ਤੇ ਮੋਟਰ ਵਾਹਨਾਂ ਦੇ ਪਾਰਟਸ ਡੀਲਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ, 0.9% ਦੀ ਗਿਰਾਵਟ ਦਰਜ ਕੀਤੀ ਗਈ। ਵੋਲੀਅਮ ਦੇ ਰੂਪ ਦੇ ਵਿੱਚ ਪ੍ਰਚੂਨ ਵਿਕਰੀ ਜੁਲਾਈ ਦੇ ਵਿੱਚ 2.0% ਘਟ ਗਈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਦੇਸ਼ ਦੀ 에ਅਰ ਕੈਨੇਡਾ, ਵੈਸਟਜੈਟ,
ਜੋਪੋਲੀ ਦੇ ਲਈ ਖਤਰਾ ਪੈਦਾ ਕਰਨ ਦੀ ਉਮੀਦ ਕਰ ਰਹੀ ਅਗਲੀ ਏਅਰਲਾਈਨ ਨੇ ਆਪਣੀ ਲੈਂਡਿੰਗ ਕੀਤੀ। ਕੰਪਨੀ ਦੀ ਮੁੱਖ ਵਪਾਰਕ ਪੇਸ਼ਕਸ਼ ਡੰਕਨ ਨੇ ਕਿਹਾ ਹੈ ਕਿ ਏਅਰਲਾਈਨ ਕੈਰੇਬੀਅਨ ਤੇ ਅਮਰੀਕਾ ਦੇ ਲਈ ਉਡਾਨਾਂ ਦੇ ਨਾਲ ਘਰੇਲੂ ਤੇ ਟਰਾਂਸਬੋਰਡਰ ਦੋਵਾਂ ਦੇ ਵਿੱਚ ਮਨੋਰੰਜਨ ਬਾਜ਼ਾਰ ਦੀ ਸੇਵਾ ਕਰਨ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਦੀ 에ਅਰ ਕੈਨੇਡਾ ਵੈਸਟਜੈਟ ਜੋਪੋਲੀ ਦੇ ਲਈ ਖਤਰਾ ਪੈਦਾ ਕਰਨ ਦੀ ਉਮੀਦ ਕਰ ਰਹੀ ਅਰਲੀ ਏਅਰਲਾਈਨ ਨੇ ਆਪਣੀ ਲੈਂਡਿੰਗ ਸ਼ੁਰੂਆਤ ਕੀਤੀ। ਕੈਨੇਡਾ ਜੈਟਲਾਈਨਸ ਦੀ ਪਹਿਲੀ ਫਲਾਈਟ ਵੀਰਵਾਰ ਸਵੇਰੇ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਤੇ ਭਾਸ਼ਣਾਂ ਤੇ ਰਿਬਨ ਕਟਾਈ ਦੀ ਰਸਮ ਲਈ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਪਹੁੰਚੀ। ਨਵੀਂ ਸਟਾਰਟਅਪ ਏਅਰਲਾਈਨ ਜਿਸ ਦਾ ਮੁੱਖ ਦਫ਼ਤਰ ਮਿਸੀਸਾਗਾ ontario ਦੇ ਵਿੱਚ ਹੈ, ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੇ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਦੇ ਵਿਚਕਾਰ ਹਫ਼ਤੇ ਵਿੱਚ 2 ਵਾਰ ਸੇਵਾ ਦੀ ਪੇਸ਼ਕਸ਼ ਕਰ ਰਹੀ ਹੈ। ਕੈਨੇਡਾ ਜੈਟਲਾਈਨਸ ਆਪਣੇ ਆਪ ਨੂੰ ਆਲ ਕੈਨੇਡੀਅਨ ਵੈਲਿਊ ਫੋਕਸ ਬਿਲ ਦਿੰਦੀ ਹੈ, ਜਦੋਂ ਕਿ ਟੋਰਾਂਟੋ ਕੈਲਗਰੀ ਇਸ ਸਮੇਂ ਇਸ ਦਾ ਇੱਕੋ ਇੱਕ ਅਨੁਸੂਚਿਤ ਰੂਟ ਹੈ। ਕੰਪਨੀ ਦੀ ਮੁੱਖ ਵਪਾਰਕ ਪੇਸ਼ਕਸ਼ ਡੰਕਨ ਨੇ ਕਿਹਾ ਹੈ ਕਿ ਏਅਰਲਾਈਨ ਕੈਰੇਬੀਅਨ ਤੇ ਅਮਰੀਕਾ ਦੇ ਲਈ ਉਡਾਨਾਂ ਦੇ ਨਾਲ ਘਰੇਲੂ ਤੇ ਟਰਾਂਸਬੋਰਡਰ ਦੋਵਾਂ ਦੇ ਵਿੱਚ ਮਨੋਰੰਜਨ ਬਾਜ਼ਾਰ ਦੀ ਸੇਵਾ ਕਰਨ ਦੀ ਯੋਜਨਾ ਬਣਾ ਰਹੀ ਹੈ। ਬਿਊਰੋ ਨੇ ਕਿਹਾ ਹੈ ਕਿ ਏਅਰਲਾਈਨ ਦੇ ਕੋਲ ਮੌਜੂਦਾ ਸਮੇਂ ਵਿੱਚ ਇੱਕ 에ਅਰਬੇਸ A320 ਹੈ ਤੇ ਦੂਜਾ ਦਸੰਬਰ ਦੇ ਵਿੱਚ ਸ਼ਾਮਿਲ ਹੋਣਾ ਹੈ। 2025 ਤੱਕ 15 에ਅਰਬੇਸ A320 ਤੱਕ ਫਲਾਈਟ ਨੂੰ ਪ੍ਰਤੀ ਸਾਲ 5 ਹਵਾਈ ਜਹਾਜ਼ਾਂ ਦੀ ਦਰ ਨਾਲ ਵਧਾਉਣ ਦੀ ਯੋਜਨਾ ਹੈ। ਕੈਨੇਡਾ ਜੈਟਲਾਈਨ ਦੇਸ਼ ਦੀ ਸਭ ਤੋਂ ਨਵੀਂ ਪਰ ਪਹਿਲੀ ਨਹੀਂ ਹੈ, ਮਹਾਮਾਰੀ ਦੇ ਮੱਦੇਨਜ਼ਰ ਉੱਭਰਨ ਵਾਲੀ ਏਅਰਲਾਈਨ ਹੈ। ਐਡਮਿੰਟਨ ਆਧਾਰਿਤ ਫਲੇਅਰ ਏਅਰਲਾਈਨਸ ਪਿਛਲੇ 1.5 ਸਾਲ ਦੇ ਵਿੱਚ ਹਮਲਾਵਰ ਤੌਰ ਤੇ ਵਿਸਥਾਰ ਕਰ ਰਹੀ ਹੈ ਤੇ ਹੁਣ 85 ਰੂਟਾਂ ਤੇ 18 ਜਹਾਜ਼ਾਂ ਦੇ ਫਲੀਟ ਦੇ ਨਾਲ 36 ਹਵਾਈ ਅੱਡਿਆਂ ਦੀ ਸੇਵਾ ਕਰਦੀ ਹੈ। ਕੈਲਗਰੀ ਆਧਾਰਿਤ ਲਿੰਕਸ, ਜਿਸ ਨੂੰ ਪਹਿਲਾਂ ਐਨਰਜੈਟ ਵਜੋਂ ਜਾਣਿਆ ਜਾਂਦਾ ਸੀ, ਨੇ ਪਿਛਲੀ ਬਸੰਤ ਵਿੱਚ ਲਾਂਚ ਕੀਤਾ ਗਿਆ ਸੀ ਤੇ ਉਸ ਸਮੇਂ ਕਿਹਾ ਸੀ ਕਿ ਇਸ ਨੂੰ ਜੂਨ ਤੱਕ 9 ਰੂਟਾਂ ਤੇ ਹਫ਼ਤੇ ਦੇ ਵਿੱਚ ਲਗਭਗ 90 ਉਡਾਨਾਂ ਚਲਾਉਣ ਦੀ ਉਮੀਦ ਸੀ ਸਾਰੇ ਕੈਨੇਡਾ ਦੇ ਅੰਦਰ। ਵੈਸਟਜੈਟ ਆਪਣੀ ਸਹਾਇਕ ਕੰਪਨੀ ਘੱਟ ਕਿਰਾਏ ਵਾਲੀ ਏਅਰਲਾਈਨ ਸਵੂਪ ਦਾ ਸੰਚਾਲਨ ਵੀ ਕਰਦੀ ਹੈ, ਜੋ ਕਿ 2018 ਦੇ ਵਿੱਚ ਸ਼ੁਰੂ ਹੋਈ ਸੀ ਤੇ ਕੈਨੇਡਾ, ਅਮਰੀਕਾ, ਮੈਕਸੀਕੋ ਤੇ ਕੈਰੇਬੀਅਨ ਦੇ ਵਿੱਚ ਮੰਜ਼ਲਾਂ ਦੇ ਲਈ ਸੇਵਾ ਦੀ ਪੇਸ਼ਕਸ਼ ਕਰਦੀ ਹੈ। ਬਿਊਰੋ ਨੇ ਕਿਹਾ ਕਿ ਜਦੋਂ ਕਿ ਇਹ ਪ੍ਰਤੀਯੋਗੀ ਘੱਟ ਲਾਗਤ ਵਾਲੇ ਨੋ ਫ੍ਰਿਲਜ਼ ਮਾਡਲ ਦੇ ਤਹਿਤ ਕੰਮ ਕਰਦੇ ਨੇ, ਕੈਨੇਡਾ ਜੈਟਲਾਈਨਸ ਦਾ ਉਦੇਸ਼ ਪ੍ਰੀਮੀਅਰ ਲੇਜ਼ਰ ਮਾਰਕੀਟ ਦੀ ਸੇਵਾ ਨਾਲ ਆਪਣੇ ਆਪ ਨੂੰ ਵੱਖਰਾ ਕਰਨਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਫਲੇਅਰ ਤੇ ਲਿੰਕਸ ਵਰਗੇ ਅਖੌਤੀ ਘੱਟ ਲਾਗਤ ਵਾਲੇ ਕੈਰੀਅਰਾਂ ਦੁਆਰਾ ਵਰਤੇ ਜਾ ਰਹੇ ਮਾਡਲਾਂ ਦੀ ਆਲੋਚਨਾ ਕਰਦੇ ਨੇ। ਬਿਊਰੋ ਨੇ ਕਿਹਾ ਕਿ ਜੇ ਤੁਸੀਂ ਹਵਾਈ ਅੱਡੇ ਤੇ ਆਪਣੀ ਕਾਰ ਪਾਰਕ ਕਰਨ ਦੀ ਲਾਗਤ ਤੋਂ ਘੱਟ ਦਰਾਂ ਤੇ ਕਿਰਾਏ ਵਸੂਲ ਰਹੇ ਹੋ ਤਾਂ ਅਰਥਸ਼ਾਸਤਰ ਕੰਮ ਨਹੀਂ ਕਰਦਾ ਤੇ ਇਹ ਟਿਕਾਊ ਨਹੀਂ ਹੈ। ਬਿਊਰੋ ਨੇ ਕਿਹਾ ਕਿ ਕੈਨੇਡਾ ਜੈਟਲਾਈਨਸ ਗਾਹਕਾਂ ਨੂੰ ਪ੍ਰੀਮੀਅਮ ਅਨੁਭਵ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦੇ ਵਿੱਚ ਰਵਾਨਗੀ ਦੇ ਸਮੇਂ ਸ਼ਾਮਿਲ ਨੇ ਜੋ ਪਾਇਲਟ ਨਾਲੋਂ ਉਪਭੋਗਤਾ ਦੀ ਤਰਜੀਹ ਦੇ ਅਨੁਕੂਲ ਹੋਣ ਤੇ ਵਧੇ ਹੋਏ ਆਰਾਮ ਪ੍ਰਦਾਨ ਕਰਨ ਲਈ ਸਟੈਂਡਰਡ 180 ਦੇ ਬਦਲੇ 174 ਸੀਟਾਂ ਸ਼ਾਮਿਲ ਨੇ। ਆਪਣੀ ਵੈਬਸਾਈਟ ਤੇ ਕੈਨੇਡਾ ਜੈਟਲਾਈਨਸ ਸੀਮਿਤ ਸਮੇਂ ਲਈ ਕੈਲਗਰੀ ਤੇ ਟੋਰਾਂਟੋ ਦੇ ਵਿਚਕਾਰ ਇੱਕ ਪਾਸੇ ਦੀਆਂ ਯਾਤਰਾਵਾਂ ਲਈ $99 ਤੋਂ ਸ਼ੁਰੂ ਹੋਣ ਵਾਲੇ ਸ਼ੁਰੂਆਤੀ ਕਿਰਾਏ ਦਾ ਇਸ਼ਤਿਹਾਰ ਦੇ ਰਹੀ ਹੈ। ਕੰਪੇਅਰ ਕਰਨ ਦੇ ਲਈ ਫਲੇਅਰ ਕੈਲਗਰੀ ਤੋਂ ਟੋਰਾਂਟੋ ਤੱਕ $49 ਦੇ ਵਿੱਚ ਇੱਕ ਤਰਫਾ ਯਾਤਰਾ ਦੀ ਪੇਸ਼ਕਸ਼ ਕਰਦੀ ਹੈ। ਇਹੀ ਰੂਟ ਲਿੰਕਸ ਤੇ $99 ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਕੰਪਨੀਆਂ ਦੀਆਂ ਵੈਬਸਾਈਟਾਂ ਦੇ ਅਨੁਸਾਰ ਸਵੂਪ ਨਾਲ $59 ਦੇ ਵਿੱਚ ਐਡਮਿੰਟਨ ਤੋਂ ਟੋਰਾਂਟੋ ਤੱਕ ਉਡਾਨ ਭਰ ਰਹੇ ਹੋ, ਕੈਨੇਡਾ ਜੈਟਲਾਈਨਾਂ ਲਈ ਅਜਿਹਾ ਹੀ ਮਾਮਲਾ ਹੈ, ਕਿਉਂਕਿ ਏਅਰਲਾਈਨ ਲਈ ਉਪਲਬਧ ਪ੍ਰਤਿਭਾ ਨੂੰ ਕਿਰਾਏ ਤੇ ਲੈਣ ਤੇ ਘੱਟ ਕੀਮਤ ਤੇ ਹਵਾਈ ਜਹਾਜ਼ ਪ੍ਰਾਪਤ ਕਰਨ ਦਾ ਰਾਹ ਪੱਧਰਾ ਕੀਤਾ ਹੈ। ਬਿਊਰੋ ਨੇ ਕਿਹਾ ਹੈ ਕਿ ਕੈਨੇਡਾ ਜੈਟਲਾਈਨ ਅਗਲੇ 3 ਮਹੀਨਿਆਂ ਦੇ ਅੰਦਰ ਅਮਰੀਕਾ ਦੇ ਵਿੱਚ ਸੇਵਾ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਕਿਸੇ ਵੀ ਅਧਿਕਾਰਤ ਪੇਸ਼ਕਸ਼ਾਂ ਤੇ ਤਾਰੀਖਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਟਾਈਲੇਨੋਲ ਵਰਗੀ ਬੱਚਿਆਂ ਦੀ ਦਵਾਈ ਦੀ ਘਾਟ ਕਾਰਨ ਡਾਕਟਰਾਂ ਦੇ ਵੱਲੋਂ ਮਾਪਿਆਂ ਨੂੰ ਇਹੋ ਸਲਾਹ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਆਪਣੇ ਬਿਮਾਰ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਨਾ ਦੇਣ। ਇਸ ਤੋਂ ਇਲਾਵਾ ਮਾਪਿਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਭਰੋਸੇਯੋਗ ਹੈਲਥ ਪ੍ਰੋਫੈਸ਼ਨਲਜ਼ ਨਾਲ ਗੱਲ ਕਰਕੇ ਆਪਣੇ ਬੱਚਿਆਂ ਦੀ ਬਿਮਾਰੀ ਤੇ ਉਹਨਾਂ ਦੀ ਐਂਜ਼ਾਈਟੀ ਦਾ ਕੋਈ ਹੱਲ ਜ਼ਰੂਰ ਲੱਭਣ। ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇਹ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਉਹ ਘਬਰਾਹਟ ਦੇ ਵਿੱਚ ਇੱਦਾਂ ਦੀਆਂ ਦਵਾਈਆਂ ਨਾ ਖਰੀਦਣ ਤੇ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਬੱਚਿਆਂ ਦੇ ਇਲਾਜ ਦੇ ਲਈ ਹੋਰ ਕਈ ਬਦਲ ਮੌਜੂਦ ਨੇ। ਇਸ ਤਰ੍ਹਾਂ ਦੇ ਅਫੜਾ ਤਫੜੀ ਵਾਲੇ ਮਾਹੌਲ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਸ ਦਵਾਈ ਦੀ ਲੋੜ ਹੈ। ਹੈਲਥ ਕੈਨੇਡਾ ਦੇ ਵੱਲੋਂ 1 ਅਗਸਤ ਦੇ ਮੱਧ ਵਿੱਚ ਬੱਚਿਆਂ ਦੀ ਦਰਦ ਨਿਵਾਰਕ ਦਵਾਈ ਟਾਈਲੇਨੋਲ ਦੀ ਘਾਟ ਦੀ ਪੁਸ਼ਟੀ ਕੀਤੀ ਗਈ ਸੀ। ਇਹਨਾਂ ਦੇ ਵਿੱਚ ਬੱਚਿਆਂ ਦੇ ਲਈ ਲਿਕੁਇਡ ਟਾਈਲੇਨੋਲ ਤੇ ਚਬਾ ਕੇ ਖਾਧੀ ਜਾਣ ਵਾਲੀ ਜਿਹੜੀ ਹੈ ਉਹ ਮਾਈਟੋਫੇਨ ਜਿਹੜੀ ਹੈ ਉਹ ਟੈਬਲੇਟ ਸ਼ਾਮਿਲ ਸਨ। ਅੱਗੇ ਦੇਖਦੇ ਹਾਂ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੀ। ਸਟੈਟਿਸਟਿਕਸ ਕੈਨੇਡਾ ਆਪਣੇ ਅੰਕੜੇ ਲੈ ਕੇ ਆਉਂਦੀ ਹੈ ਤੇ ਇਸ ਵਾਰੀ ਜਿਹੜੇ ਅੱਜ ਅੰਕੜੇ ਸਾਹਮਣੇ ਆਏ ਆ ਉਹ ਅਗਸਤ ਮਹੀਨੇ ਦੇ ਵਿੱਚ ਕਹਿੰਦੇ ਮਹਿੰਗਾਈ ਘਟ ਕੇ 7% ਦਰਜ ਕੀਤੀ ਗਈ ਸੀ, ਜਿਹੜੀ ਕਿ ਇੱਕ ਬਹੁਤ ਚੰਗੀ ਖਬਰ ਆ। ਰੌਲਾ ਗੋਲਾ ਸਾਰੇ ਦਾ ਸਾਰਾ ਕੈਨੇਡਾ ਦਾ ਇਸ ਵੇਲੇ ਜਿੰਨੀਆਂ ਗੱਲਾਂ ਬਾਤਾਂ ਆ ਉਹ ਮਹਿੰਗਾਈ ਦੇ ਨਾਲ ਹੀ ਪਿਆ ਆ ਕਿ ਮਹਿੰਗਾਈ ਘੱਟ ਹੋਣੀ ਚਾਹੀਦੀ ਆ, ਵਿਆਜ ਦਰਾਂ ਵਧਾਈਆਂ ਜਾ ਰਹੀਆਂ
ਤੇ ਮਹਿੰਗਾਈ ਨੇ 40 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸੀ ਤੇ 8.1% ਦੇ ਉੱਤੇ ਪਹੁੰਚ ਗਏ ਸੀ। ਇਕੋਨੋਮਿਸਟ ਕਹਿੰਦੇ ਸੀ ਵੀ ਇਹ ਬਹੁਤ ਜ਼ਿਆਦਾ ਹੈ ਤੇ ਇਹਨੂੰ ਥੱਲੇ ਆਉਣਾ ਚਾਹੀਦਾ। ਹੁਣ ਇਹ ਥੱਲੇ ਆਉਣੀ ਸ਼ੁਰੂ ਹੋ ਗਈ ਹੈ। ਸੋ 8.1% ਤੋਂ ਲੈ ਕੇ ਜਿਹੜੀ ਇਹ ਘਟਦੀ ਹੁਣ 7 ਦੇ ਉੱਤੇ ਆ ਗਈ ਹੈ। ਪਿਛਲੇ ਮਹੀਨੇ ਵੀ ਇਹ ਮਹਿੰਗਾਈ ਘਟੀ ਸੀਗੀ, ਪਰ ਇਹਦਾ ਕਾਰਨ ਜਿਹੜਾ ਇਹ ਇੱਕਦਮ ਥੱਲੇ ਮਹਿੰਗਾਈ ਆਈ ਆ, ਇਹਦਾ ਕਾਰਨ ਇੰਟਰਸਟ ਰੇਟ ਵਧਣਾ ਵੀ ਦੱਸਿਆ ਜਾ ਰਿਹਾ। ਪਰ ਦੂਜੀ ਵੱਡੀ ਗੱਲ ਇਹਦੇ ਨਾਲ ਇਹ ਦੱਸੀ ਜਾ ਰਹੀ ਹੈ ਕਿ ਕਿਉਂਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਸੀ, ਗੈਸ ਦੀਆਂ ਕੀਮਤਾਂ ਦੇ ਨਾਲ ਹੀ ਸਾਰਾ ਕੁਝ ਰਿਲੇਟਡ ਆ, ਤੇ ਇਹਦੇ ਵਿੱਚ ਵੀ ਮਹਿੰਗਾਈ ਦੇ ਵਿੱਚ ਜਿਹੜੀ ਇਨਫਲੇਸ਼ਨ ਦੀ ਦਰ ਆ ਉਹਦੇ ਵਿੱਚ ਵੀ ਕਮੀ ਆ ਗਈ ਸੀ। ਹੁਣ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ 9.6% ਕਮੀ ਦਰਜ ਹੋਈ ਸੀਗੀ ਗੈਸ ਦੀਆਂ ਕੀਮਤਾਂ ਦੇ ਵਿੱਚ। ਅਪ੍ਰੈਲ 2020 ਤੋਂ ਬਾਅਦ ਗੈਸ ਦੀਆਂ ਕੀਮਤਾਂ ਵਿੱਚ ਇੱਕ ਮਹੀਨੇ ਦੇ ਅੰਦਰ ਆਈ ਸਭ ਤੋਂ ਵੱਡੀ ਗਿਰਾਵਟ ਸੀ। ਗੈਸ ਦੀਆਂ ਕੀਮਤਾਂ ਘਟੀਆਂ ਤੇ ਉਹਦੇ ਨਾਲ ਬਾਕੀ ਜਿਹੜੀਆਂ ਕੀਮਤਾਂ ਸੀਗੀਆਂ ਉਹ ਵੀ ਘਟੀਆਂ, ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਸੀਗੀਆਂ। 1980 ਤੋਂ ਬਾਅਦ ਲੋਕਾਂ ਨੇ ਕਦੇ ਦੁੱਧ, ਫਲ ਤੇ ਜਿਹੜਾ ਮੀਟ ਸੀ ਇਹ ਕਦੇ ਇੰਨਾ ਮਹਿੰਗਾ ਕੈਨੇਡਾ ਦੇ ਵਿੱਚ ਨਹੀਂ ਸੀ ਦੇਖਿਆ ਵੀ ਇੱਕਦਮ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਹੋਵੇ। ਕਈ ਫੈਕਟਰ ਸੀਗੇ, ਮੌਸਮ ਖਰਾਬ ਰਿਹਾ, ਕਿਤੇ ਗਰਮੀ ਪੈ ਗਈ, ਕਿਤੇ ਮੀਂਹ ਆ ਗਏ, ਕਿਤੇ ਹੜ੍ਹ ਆ ਗਏ, ਕਿਤੇ ਸਪਲਾਈ ਚੇਨ ਰੁਕ ਗਈ, ਕਿਤੇ ਯੂਕਰੇਨ ਰੂਸ ਦਾ ਲੜਾਈ ਚੱਲ ਗਈ। ਇਹਨਾਂ ਸਾਰੇ ਚੀਜ਼ਾਂ ਨੇ ਅਲਟੀਮੇਟਲੀ ਜਿਹੜੀਆਂ ਕੀਮਤਾਂ ਵਧਾ ਦਿੱਤੀਆਂ ਸੀ। ਹੁਣ ਖਾਸ ਕਰਕੇ ਜਿਹੜੀ ਡੇਅਰੀ, ਮੀਟ ਤੇ ਜਿਹੜੇ ਫਰੂਟ ਸੀਗੇ, ਫਰੈਸ਼ ਫਰੂਟ ਸੀ, ਇਹਨਾਂ ਦੇ ਉੱਤੇ ਬਹੁਤ ਵੱਡਾ ਇਹਨਾਂ ਚੀਜ਼ਾਂ ਦਾ ਅਸਰ ਪਿਆ ਸੀ ਤੇ ਲੋਕ ਇਸ ਗੱਲ ਤੋਂ ਤੰਗ ਨੇ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਘਟਣੀ ਚਾਹੀਦੀ ਹੈ। ਹੁਣ ਦੂਜੇ ਪਾਸੇ ਲਗਾਤਾਰ ਜਿਹੜੇ ਇੰਟਰਸਟ ਰੇਟ ਵਧਾਏ ਜਾ ਰਹੇ ਆ, ਹੁਣ ਅਗਲੀ ਵਾਰੀ ਕਹਿੰਦੇ ਫੇਰ ਵੱਧ ਜਾਣਾ ਆ। ਇਹ ਕਿਉਂ ਕਹਿੰਦੇ ਵੀ ਅਗਲੀ ਵਾਰੀ ਫੇਰ ਵੱਧ ਜਾਣਾ ਹੈ? 5 ਵਾਰੀ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਵਧਾ ਚੁੱਕੀ ਆ। ਉਹਦਾ ਕਾਰਨ ਇਹ ਆ ਕਿ ਸਾਡੇ ਗੁਆਂਢੀ ਦੇਸ਼ ਅਮਰੀਕਾ ਦੇ ਵਿੱਚ ਅੱਜ ਤੇ ਕੱਲ੍ਹ ਮੀਟਿੰਗ ਚੱਲਣੀ ਆ ਜਿਹੜੀ ਫੈਡਰਲ ਰਿਜ਼ਰਵ ਦੀ, ਤੇ ਉਹਦੇ ਵਿੱਚ ਉਹ ਕਹਿੰਦੇ ਅੰਦਾਜ਼ਾ ਲਾਇਆ ਜਾ ਰਿਹਾ ਕਿ 0.75 ਜਾਂ 1% ਪੂਰੇ ਦਾ ਪੂਰਾ ਹੋਰ ਵਿਆਜ ਉਹ ਵਧਾ ਸਕਦੇ ਆ। 6% ਪਹਿਲਾਂ ਕ੍ਰੋਸ ਕਰ ਚੁੱਕਿਆ ਉੱਥੇ, ਤੇ ਜੇ 7% ਕ੍ਰੋਸ ਕਰ ਗਿਆ ਹਾਲ ਲੋਕਾਂ ਦਾ ਮਾੜਾ ਹੋ ਜਾਣਾ। ਤੇ ਇਸੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਹੁਣ ਇਧਰਲੇ ਪਾਸੇ ਵੀ, ਕਿਉਂਕਿ ਟੂਲਸ ਜਿਹੜਾ ਬੈਂਕ ਆਫ ਕੈਨੇਡਾ ਹੈ ਜਾਂ ਉਧਰ ਫੈਡਰਲ ਰਿਜ਼ਰਵ ਆ US ਦੇ ਵਿੱਚ, ਉਹਨਾਂ ਕੋਲ ਇੱਕੋ ਹੀ ਹਥਿਆਰ ਆ ਮਹਿੰਗਾਈ ਨੂੰ ਕਾਬੂ ਕਰਨ ਦਾ, ਕਿਸੇ ਨਾ ਕਿਸੇ ਤਰ੍ਹਾਂ ਵਿਆਜ ਵਧਾ ਦਿਓ, ਲੋਕ ਪੈਸਾ ਖਰਚਣਾ ਹਟ ਜਾਣਗੇ। ਪਰ ਇਹ ਬਹੁਤ ਬਾਰਡਰ ਲਾਈਨ ਦੇ ਉੱਤੇ ਆ ਕਿ ਇੱਕ ਪਾਸੇ ਤੁਸੀਂ ਸਾਰੀ ਦੀ ਸਾਰੀ ਇਕੋਨਮੀ ਨੂੰ ਸਲੋ ਵੀ ਕਰ ਸਕਦੇ ਹੋ, ਸਾਰਾ ਕੁਝ ਰੁਕ ਵੀ ਸਕਦਾ, ਤੇ ਦੂਜੇ ਪਾਸੇ ਇਹ ਹੈ ਕਿ ਮਹਿੰਗਾਈ ਵੀ ਘੱਟ ਹੋ ਸਕਦੀ ਆ। ਸੋ 7% ਅਗਸਤ ਦੇ ਵਿੱਚ ਗੈਸੋਲੀਨ ਦੇ ਪ੍ਰਾਈਸ ਘਟਣ ਦੇ ਨਾਲ ਇਹ ਇੱਥੇ ਆਉਣਾ। ਤੇ ਦੂਜਾ, ਇਹ ਮਹਿੰਗਾਈ ਨਾ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਸੂਬਿਆਂ ਤੋਂ ਵੀ ਗਾਂਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਮਾਪੀ ਜਾਂਦੀ ਆ। ਇਹ ਓਵਰਆਲ ਕੈਨੇਡਾ ਦੇ ਵਿੱਚ 7% ਦੇ ਉੱਤੇ ਮਹਿੰਗਾਈ ਅਸੀਂ ਮੰਨਦੇ ਹਾਂ, ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹਨੂੰ ਕੱਲੇ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਪ੍ਰੋਵਿੰਸਿਸ ਦੇ ਵਿੱਚ ਵੰਡ ਕੇ ਦੇਖਦੇ ਹਾਂ, ਤਾਂ ਇਹ ਜਿਹੜੀ ਆ ਹੁਣ ਮੰਨ ਲਓ ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ 6.9% ਦੇ ਉੱਤੇ ਸੀਗੀ ਪਹਿਲਾਂ ਇਨਫਲੇਸ਼ਨ। ਇਸ ਮਹੀਨੇ ਫਿਰ ਇਹ 6.4 ਹੋ ਗਈ ਅਗਸਤ ਤੇ, ਮਤਲਬ ਥੋੜ੍ਹੀ ਜਿਹੀ ਉੱਥੇ ਘਟ ਗਈ ਆ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਜਿਹੜੀ 9.5 ਸੀ 8.3 ਰਹਿ ਗਈ ਆ। ਹੁਣ ਦੋਵਾਂ ਇਹਨਾਂ ਥਾਵਾਂ ਦਾ ਫਰਕ ਦੇਖ ਲਓ। ਅਸੀਂ 7 ਜਿਹੜੀ ਆ ਕੈਨੇਡਾ ਦੀ ਐਵਰੇਜ ਦੱਸ ਰਹੇ ਹਾਂ। ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਇਹ 6.9 ਤੋਂ 6.4 ਆਈ ਆ, ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਹ 9.5 ਤੋਂ 8.3 ਆਈ ਆ। ਨੋਵਾ ਸਕੋਸ਼ੀਆ ਦੇ ਵਿੱਚ 8.7 ਪਹਿਲਾਂ ਸੀ, ਉਹ ਤੋਂ ਘਟ ਕੇ 7.8 ਹੋ ਗਈ ਆ। ਨਿਊ ਬਰੰਸਵਿਕ ਦੇ ਵਿੱਚ ਇਹ 8 ਤੋਂ ਘਟ ਕੇ 7.4 ਰਹਿ ਗਈ ਆ। ਕੁਬੈਕ ਦੇ ਵਿੱਚ 7.3 ਤੋਂ ਘਟ ਕੇ 7.1 ਰਹਿ ਗਈ ਆ। ਅੰਟੈਰੀਓ ਦੇ ਵਿੱਚ 7.6 ਸੀ ਤੇ ਹੁਣ 6.9 ਰਹਿ ਗਈ ਆ ਇਨਫਲੇਸ਼ਨ, ਮਹਿੰਗਾਈ ਦੀ ਦਰ। ਮੈਨੀਟੋਬਾ ਦੇ ਵਿੱਚ 8.8 ਸੀ, ਇਹ 8 ਰਹਿ ਗਈ ਆ ਹੁਣ, ਤੇ ਸਸਕਾਚਵੈਨ ਦੇ ਵਿੱਚ 8.1 ਸੀ ਤੇ ਇਹ 6.8 ਰਹਿ ਗਈ ਆ। ਅਲਬਰਟਾ ਦੇ ਵਿੱਚ 7.4 ਸੀ ਤੇ ਇਹ ਘਟ ਕੇ ਹੁਣ 6 ਰਹਿ ਗਈ ਆ। ਹੁਣ ਜੇ ਅੰਟੈਰੀਓ ਤੇ ਅਲਬਰਟਾ ਨੂੰ ਕੰਪੇਅਰ ਕਰ ਲਓ, ਇਸ ਵੇਲੇ ਜਿਹੜੀ ਇਨਫਲੇਸ਼ਨ ਅੰਟੈਰੀਓ ਦੇ ਵਿੱਚ 6.9 ਆ, ਅਲਬਰਟਾ ਦੇ ਵਿੱਚ 6 ਆ, ਮਤਲਬ ਇੱਥੇ ਘੱਟ ਆ। ਤੇ ਜੇ ਬ੍ਰਿਟਿਸ਼ ਕੋਲੰਬੀਆ ਦੇਖੋ, ਇਹ 8 ਤੋਂ ਘਟ ਕੇ 7.3 ਰਹਿ ਗਈ ਆ। ਦੂਜੇ ਸ਼ਬਦਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਹਿੰਗਾਈ ਅੰਟੈਰੀਓ ਤੋਂ ਵੀ ਜ਼ਿਆਦਾ ਹੈ, ਤੇ ਅੰਟੈਰੀਓ ਦੇ ਵਿੱਚ ਅਲਬਰਟਾ ਤੋਂ ਵੀ ਮਹਿੰਗਾਈ ਜਿਹੜੀ ਆ ਉਹ ਜ਼ਿਆਦਾ ਆ। ਮੈਨੀਟੋਬਾ ਦੇ ਵਿੱਚ ਦੋਵਾਂ ਨਾਲੋਂ ਜ਼ਿਆਦਾ ਆ। 8 ਪੁਆਇੰਟ ਪੂਰੀ ਇਸ ਵੇਲੇ ਉੱਥੇ ਇਨਫਲੇਸ਼ਨ ਹੈਗੀ ਆ, 8.8 ਪਹਿਲਾਂ ਹੁੰਦੀ ਸੀ। ਹੁਣ ਇਹ ਜਿਹੜੀ ਏਜੰਸੀ ਜਦੋਂ ਇਹ ਸਾਰਾ ਹਿਸਾਬ ਕਿਤਾਬ ਲਾ ਕੇ ਦੱਸਦੀ ਆ, ਤਾਂ ਉਹਦੇ ਵਿੱਚੋਂ ਗੱਲ ਇਹ ਵੀ ਕੱਢਦੇ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੁਣ ਫਰਕ ਆ। ਐਬਸਫੋਰਡ ਤੇ ਸਰੀ ਦੀ ਮਹਿੰਗਾਈ ਦਾ ਫਰਕ ਹੋ ਸਕਦਾ, ਜਾਂ ਕੈਮਲੂਪਸ ਦਾ, ਵਿਕਟੋਰੀਆ ਦਾ। ਇਸੇ ਤਰ੍ਹਾਂ ਹੀ ਕੈਲਗਰੀ, ਐਡਮਿੰਟਨ ਦਾ ਵੀ ਫਰਕ ਹੋ ਸਕਦਾ। ਇੱਕ ਸ਼ਹਿਰ ਦੇ ਵਿੱਚ ਮਹਿੰਗਾਈ ਕਿੰਨੀ ਸੀਗੀ, ਉਹਨਾਂ ਨੇ ਕੁਛ ਜਿਹੜੇ
ਜਿਹੜੇ ਸ਼ਹਿਰ ਨੇ ਉਹ ਵੀ ਕੱਢੇ ਨੇ। ਸੇਂਟ ਜੋਨਸ ਦੇ ਵਿੱਚ ਕਹਿੰਦੇ 6.5 ਪਹਿਲਾਂ ਸੀ, ਹੁਣ 6 ਰਹਿ ਗਈ ਆ। ਇਸੇ ਤਰ੍ਹਾਂ ਹੈਲੀਫੈਕਸ ਦੇ ਵਿੱਚ 8.6 ਤੋਂ 7.8 ਰਹਿ ਗਈ ਆ। ਸੇਂਟ ਜੋਨਸ ਦੇ ਵਿੱਚ 7.9 ਤੋਂ ਜਿਹੜੀ ਆ ਇਹ 7.9 ਤੋਂ ਘਟ ਕੇ 7.4 ਰਹਿ ਗਈ ਹੈ। ਕੁਬੈਕ 'ਚ 6.7 ਤੋਂ ਜਿਹੜੀ ਆ ਹੁਣ 7.2 ਹੋ ਗਈ ਹੈ, ਵੱਧ ਗਈ ਆ। ਮੌਂਟਰੀਅਲ ਦੇ ਵਿੱਚ 7.3 ਤੋਂ 7.2 ਰਹੀ ਹੈ ਤੇ ਟੋਰਾਂਟੋ ਦੇ ਵਿੱਚ 7.5 ਤੋਂ ਘਟ ਕੇ 6.8 ਰਹਿ ਗਈ ਆ। ਹੁਣ ਫਰਕ ਬਹੁਤ ਆ। ਅੰਟੈਰੀਓ ਦੀ ਅਸੀਂ 1 ਨੰਬਰ ਦੱਸ ਰਹੇ ਹਾਂ, ਪਰ ਟੋਰਾਂਟੋ ਦੇ ਵਿੱਚ ਮਹਿੰਗਾਈ ਇਸ ਵੇਲੇ 6.8 ਆ, ਜਾਣੀ ਜ਼ਿਆਦਾ ਆ। ਤੇ ਜੇ ਉੱਥੇ ਦੇ ਥੰਡਰ ਬੇ ਦੇ ਵਿੱਚ ਦੇਖਦੇ ਤਾਂ ਉੱਥੇ ਮਹਿੰਗਾਈ ਇਸ ਵੇਲੇ 5.7 ਆ। ਵਿਨੀਪੈਗ ਦੇ ਵਿੱਚ 8 ਆ, ਰਜਾਈਨਾ ਦੇ ਵਿੱਚ 7.3 ਆ, ਸਸਕਾਟੂਨ ਦੇ ਵਿੱਚ 6.2 ਆ, ਐਡਮਿੰਟਨ ਦੇ ਵਿੱਚ 5.6 ਆ ਤੇ ਕੈਲਗਰੀ ਦੇ ਵਿੱਚ 6.7 ਆ। ਇਕੱਲੇ ਐਡਮਿੰਟਨ ਤੇ ਕੈਲਗਰੀ ਦਾ 1% ਦਾ ਫਰਕ ਆ। ਕੈਲਗਰੀ ਹਮੇਸ਼ਾ ਮਹਿੰਗਾ ਆ। ਕੈਲਗਰੀ ਦੇ ਵਿੱਚ ਪਹਿਲਾਂ 8.2 ਸੀਗੀ ਮਹਿੰਗਾਈ, ਹੁਣ 6.7 ਰਹਿ ਗਈ ਆ। ਤੇ ਐਡਮਿੰਟਨ ਦੇ ਵਿੱਚ ਪਹਿਲਾਂ 7.6 ਸੀ, ਹੁਣ 5.6 ਰਹਿ ਗਈ। ਮਤਲਬ 1% ਦਾ ਸਿੱਧਾ ਫਰਕ ਇਹਨਾਂ ਦੋਵਾਂ ਦੇ ਵਿੱਚ ਆ। ਤੇ ਵੈਨਕੂਵਰ ਇਹਨਾਂ ਦੋਵਾਂ ਤੋਂ ਲਗਭਗ 1% ਜ਼ਿਆਦਾ ਆ। ਇੱਥੇ 7.4 ਇਸ ਵੇਲੇ ਇਨਫਲੇਸ਼ਨ ਦੱਸੀ ਜਾ ਰਹੀ ਹੈ। ਵਿਕਟੋਰੀਆ ਦੇ ਵਿੱਚ ਵੀ ਲਗਭਗ ਇੰਨੀ ਕਾ। ਤੇ ਜਿਹੜੀ ਵਾਈਟ ਹਾਊਸ ਦੇ ਵਿੱਚ 7.6 ਮਹਿੰਗਾਈ ਦੀ ਦਰ ਦੱਸੀ ਜਾ ਰਹੀ ਹੈ। ਸੋ ਮਹਿੰਗਾਈ ਘਟ ਰਹੀ ਆ, ਪਰ ਕਿੰਨਾ ਇਹ ਕੀ ਜੇ ਤੇ ਇਹਦਾ ਸੰਬੰਧ ਗੈਸ ਦੀਆਂ ਕੀਮਤਾਂ ਨਾਲ ਹੋਇਆ ਜਿੱਦਾਂ ਕਿ ਮਾਹਰ ਕਹਿੰਦੇ ਆ, ਫਿਰ ਗੱਲ ਚਿੰਤਾ ਵਾਲੀ ਆ ਕਿ ਗੈਸ ਦੀਆਂ ਕੀਮਤਾਂ ਕੁਝ ਫੈਕਟਰਸ ਕਰਕੇ ਕੁਦਰਤੀ ਘਟ ਗਈਆਂ ਸੀ, ਉਹਦੇ ਕਰਕੇ ਮਹਿੰਗਾਈ ਥੱਲੇ ਆ ਗਈ ਤੇ 7 ਪੁਆਇੰਟ ਦੇ ਉੱਤੇ ਪਹੁੰਚ ਗਈ। ਤੇ ਜੇ ਹੁਣ ਗੈਸ ਦੀਆਂ ਕੀਮਤਾਂ ਜਿੱਦਾਂ ਕਿ ਦੱਸ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵਧਣੀਆਂ ਤੇ ਮਹਿੰਗਾਈ ਫਿਰ ਉੱਤੇ ਚਲੇ ਜਾਣੀ ਆ, ਤੇ ਫਿਰ ਜਿਹੜਾ ਇੰਟਰਸਟ ਰੇਟ ਵਧਿਆ ਆ ਉਹਨੇ ਵੀ ਕੁਝ ਨਹੀਂ ਕਰਨਾ, ਉਹ ਫੈਕਟਰ ਵੀ ਕਿਤੇ ਨਾ ਕਿਤੇ ਉੱਥੇ ਰਹਿ ਜਾਣਾ। ਸੋ ਇੱਕ ਬੜੇ ਨਾਜ਼ੁਕ ਜਿਹੇ ਦੌਰ ਦੇ ਵਿੱਚ ਕੈਨੇਡਾ, ਅਮਰੀਕਾ, ਸਾਰੇ ਦੇਸ਼ ਹੀ ਇਸ ਵੇਲੇ ਹੈਗੇ ਆ ਕਿ ਮਹਿੰਗਾਈ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾਣਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।